पीटीसी नैटवर्क की खास धार्मिक पेशकश सिख सरगर्मियां लैके हाजिर हाँ मैं मनिंदर सिंह मोंगा। इस विशेष प्रोग्राम में श्रोमणी गुरुद्वारा प्रबंधक कमेटी वालों सिख पंथ की चढ़ती कला, गुरुद्वारा साहिबान की सांभ संभाल और पंथक प्रचार प्रसार हित किए जाते धार्मिक और समाजिक कार्यों को संगत तक पहुँचाने का उपराला किया जाता है और इस दे नाल ही पावन पितर इतिहासिक दिहाड़िਆਂ की महत्ता आप जी नाल साझी की जाती है। सो प्रोग्राम की शुरुआत करते हैं विशेष धार्मिक सरगर्मियों के नाल। श्रोमणी गुरुद्वारा प्रबंधक कमेटी वालों साका ननकाना साहब के महान शहीद भाई लक्ष्मण सिंह तारोवाली की तस्वीर श्री दरबार साहब समूह विखे स्थित केंद्रीय सिख अजायब घर में सुशोभित की गई। तस्वीर तो पर्दा हटाने की रस्म श्री अकाल तख्त साहब के जथेदार सिंह साहब ज्ञानी हरप्रीत सिंह, श्रोमणी कमेटी प्रधान बीबी जगीर कौर और सचखंड श्री हरिमंदर साहब के मुख ग्रंथी सिंह साहब ज्ञानी जगतार सिंह ने पंथक शख्सियतां की हाजिरी में निभाई। श्री गुरु नानक देव जी के प्रकाश स्थान गुरुद्वारा श्री ननकाना साहिब पाकिस्तान नूं महंत नारायण दास ਅਤੇ ਉਸਦੇ ਗੁੰਡਿਆਂ ਪਾਸੋਂ ਆਜ਼ਾਦ ਕਰਾਉਣ ਲਈ 100 ਸਾਲ ਪਹਿਲਾਂ ਵਾਪਰੇ ਸਾਕੇ ਦੌਰਾਨ ਸ਼ਹੀਦ ਹੋਏ ਭਾਈ ਲక్ష్మణ ਸਿੰਘ ਧਾਰੋਵਾਲੀ ਦੀ ਤਸਵੀਰ ਬੀਤੇ ਦਿਨੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀ ਗਈ। ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਨਿਭਾਈ। इस मौके संबोधन करदਿਆਂ श्रोमणी गुरुद्वारा प्रबंधक कमेटी के प्रधान बीबी जगीर कौर ने कहा, ਉੱਥੇ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਵਰਤਿਆ ਉਹਦੇ ਵਿੱਚ ਸਭ ਤੋਂ ਮੋਹਰੀ ਹੋ ਕੇ ਜਿੱਥੇ ਭਾਈ ਲక్ష్మణ ਸਿੰਘ ਜੀ ਧਾਰੋਵਾਲੀ ਤੇ ਬਹੁਤ ਸਾਰੇ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ। ਪਰਿਵਾਰ ਵੱਲੋਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਨਸੀਹਤਾਂ ਤੇ ਚੱਲਣ ਦਾ ਜਿੱਥੇ ਪ੍ਰਣ ਕੀਤਾ ਜਾ ਰਿਹਾ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਹਾਨ ਸੰਸਥਾ ਵੱਲੋਂ ਉਹਨਾਂ ਦੀ ਯਾਦਗਾਰੀ ਤਸਵੀਰ ਲਗਾ ਕੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਕੌਮ ਨੂੰ ਇੱਕ ਹਲੂਣਾ ਦਿੱਤਾ ਜਾਂਦਾ ਹੈ ਕਿ ਆਓ ਉਹਨਾਂ ਦੇ ਵਾਰਸੋ ਆਪਾਂ ਸਾਰਿਆਂ ਨੇ ਜੋ ਗੁਰਦੁਆਰਾ ਸੁਧਾਰ ਲਹਿਰ ਵਿੱਚ ਜਿਹੜੀਆਂ ਕੁਰੀਤੀਆਂ ਨੂੰ ਜਿਹੜਾ ਕੁਰੈਤਾਂ ਨੂੰ ਖਤਮ ਕਰਨ ਵਾਸਤੇ ਮਹਾਨ ਸ਼ਹਾਦਤਾਂ ਸਾਡੇ ਬਜ਼ੁਰਗ ਪਾ ਕੇ ਗਏ ਹੈ, ਉਹਨਾਂ ਤੋਂ ਸੇਧ ਲਈਏ ਤੇ ਸਦਾ ਸਦਾ ਗੁਰਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਨ ਵਾਸਤੇ ਜਾਂ ਸਿੱਖ ਕੌਮ ਦੀਆਂ ਮਹਾਨ ਪਰੰਪਰਾਵਾਂ ਨੂੰ ਬਣਾਈ ਰੱਖਣ ਵਾਸਤੇ ਅਸੀਂ ਹਮੇਸ਼ਾ ਤਤਪਰ ਰਹੀਏ ਤੇ ਆਪਣੇ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਨਮਸਕਾਰ ਕਰਦੇ ਰਹੀਏ। ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਪਰਪੱਕ ਸਿੰਘ ਬਣ ਕੇ ਖਾਲਸਾਈ ਸਰੂਪ ਵਿੱਚ ਰਹਿ ਕੇ ਆਪਣਾ ਜੀਵਨ ਜੀਵੀਏ। इस मौके जथेदार सिंह साहब ज्ञानी हरप्रीत सिंह ने जिथे साका ननकाना साहब के शहीदों ਨੂੰ ਸਤਿਕਾਰ ਭੇਂਟ ਕੀਤਾ, ਉੱਥੇ ਹੀ ਭਾਈ ਲక్ష్మణ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦੇ ਫੈਸਲੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ਅੰਦਰ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਕੌਮ ਦਾ ਇਤਿਹਾਸ ਸਮੋਈ ਬੈਠਾ ਹੈ। ਉਹਨਾਂ ਸ਼ਹੀਦ ਭਾਈ ਲక్ష్మణ ਸਿੰਘ ਦੇ ਜੀਵਨ ਤੋਂ ਸੇਧ ਲੈਂਦਿਆਂ ਸਿੱਖੀ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹਿਣ ਦੀ ਸੰਗਤ ਨੂੰ ਅਪੀਲ ਵੀ ਕੀਤੀ। ਇਸ ਦੌਰਾਨ ਸ਼ਹੀਦ ਭਾਈ ਲక్ష్మణ ਸਿੰਘ ਜੀ ਦੇ ਪਰਿਵਾਰਕ ਮੈਂਬਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਭਾਈ ਲక్ష్మణ ਸਿੰਘ ਜੀ, ਉਹਨਾਂ ਦੇ ਨਾਲ ਹੀ ਭਾਈ ਈਸ਼ਰ ਸਿੰਘ ਜੀ ਸ਼ਹੀਦ ਹੋਏ ਸੀਗੇ, ਉਹ ਮੇਰੇ ਦਾਦਾ ਜੀ ਸੀਗੇ ਔਰ ਸਾਨੂੰ ਬੜੀ ਖੁਸ਼ੀ ਆ ਵੀ ਅੱਜ ਉਹਨਾਂ ਦੀ ਫੋਟੋ ਇੱਥੇ ਸਿੱਖ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਈ ਗਈ ਆ। ਇਸ ਕਰਕੇ ਅਸੀਂ ਦੂਜੀ ਬੇਨਤੀ ਵੀ ਕੀਤੀ ਆ ਵੀ ਹੋਰ ਸ਼ਹੀਦਾਂ ਦੀ ਵੀ ਜਿਹੜੀ ਹੈਗੀ ਲਾਈ ਜਾਵੇ। ਉਹਦੇ 'ਚ ਸਾਡੇ ਭਾਈ ਦਾਦਾ ਜੀ, ਮੇਰੇ ਦਾਦਾ ਜੀ ਭਾਈ ਈਸ਼ਰ ਸਿੰਘ ਹੋਣੀ ਵੀ ਹੈਗੇ ਸੀਗੇ ਨਾਲ ਹੀ। ਭਾਈ ਲక్ష్మణ ਸਿੰਘ ਤੇ ਭਾਈ ਈਸ਼ਰ ਸਿੰਘ ਦੋਵੇਂ ਚਾਚਾ ਭਤੀਜਾ ਸੀਗੇ, ਦੋਵੇਂ ਇੱਕੋ ਪਰਿਵਾਰ ਦੇ ਜੀ, ਉਹ ਦੋਵੇਂ ਸ਼ਹੀਦ ਹੋਏ ਨੇ। ਇਸ ਕਿ ਉਹਨਾਂ ਦੀ ਫੋਟੋ ਵਾਸਤੇ ਅਸੀਂ ਬੇਨਤੀ ਕੀਤੀ ਆ ਤੇ ਮੇਰਾ ਖਿਆਲ ਵੀ ਮਨਜ਼ੂਰ ਹੋ ਜੂਗੀ। ਇਹ ਸ਼ਹੀਦਾਂ ਦਾ ਇਹ ਸਰਮਾਇਆ ਇੱਕ ਹੈਗਾ ਆ ਜਿਹੜਾ ਸਿੱਖ ਕੌਮ ਨੂੰ ਇੱਥੇ ਆਇਆਂ ਨੂੰ ਸਾਰਿਆਂ ਜਦੋਂ ਇੱਥੇ ਆ ਕੇ ਲੋਕੀ ਵੇਖ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਹੋਰ ਉਤਸ਼ਾਹ ਮਿਲਦਾ ਵੀ ਇਹ ਕੌਮ ਐਡੀ ਮਹਾਨ ਕੌਮ ਹੈ ਵੀ ਜਿੱਥੇ ਇੰਨੇ ਜ਼ਿਆਦਾ ਸ਼ਹੀਦ ਪੈਦਾ ਹੋਏ ਨੇ। ਐਸੀ ਪਿਛੇ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਡਾ ਇਹ ਕੀਤਾ। ਉਹਨਾਂ ਦੀ ਯਾਦ ਵਿੱਚ ਤਸਵੀਰ ਉਹਨਾਂ ਦੀ ਜਿਹੜੀ ਸੀ ਉਹ ਇੱਥੇ ਹਰਿਮੰਦਰ ਸਾਹਿਬ ਅਜਾਇਬ ਘਰ ਵਿੱਚ ਲਾਉਣ ਵਾਸਤੇ ਇੱਥੇ ਪਹੁੰਚੇ ਹਾਂ ਤੇ ਸਾਰੇ ਸਾਡੇ ਪਰਿਵਾਰ ਦੇ ਸਾਰੇ ਜੀ ਇੱਥੇ ਆ ਕੇ ਤੇ ਇਕੱਠੇ ਹੋਏ ਨੇ। ਉਹਨਾਂ ਦੀ ਯਾਦ ਵਿੱਚ ਪਿੰਡ ਗੋਦਰਪੁਰੇ ਵਿੱਚ ਬੜਾ ਵੱਡਾ ਸਮਾਗਮ ਹੋ ਰਿਹਾ ਜਿਹੜਾ 19, 20, 21 ਨੂੰ। ਤਾਂ ਅਸੀਂ ਬੇਨਤੀ ਕਰਦੇ ਹਾਂ ਸਾਰੇ ਪੰਥ ਨੂੰ ਕਿ ਸਾਰੇ ਇਹਨਾਂ ਦਿਨਾਂ ਦੇ ਵਿੱਚ ਹੁਮਾ ਕੇ ਸਾਨੂੰ ਉੱਥੇ ਦਰਸ਼ਨ ਦੇਣ। GPPC ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਸਾਡੇ ਸਮਾਗਮ ਜਿਹੜੇ ਆ ਸਾਡੇ ਬੇਨਤੀ ਮਨਜ਼ੂਰ ਕਰਕੇ ਉਹਨਾਂ ਇਹ ਸਾਰੇ ਕੀਤੇ ਨੇ। श्री अकाल तख्त साहब के जथेदार सिंह साहब ज्ञानी हरप्रीत सिंह ने पाकिस्तान जाने वाले सिख श्रद्धालुओं के जत्थे ते भारत सरकार के रोक लाने के फैसले नूं अति निंदनयोग दस्सिया है। उन्होंने कहा कि भारत सरकार ने अजिहा करके सिख कौम दीआं धार्मिक भावनावां दे नाल खिलवाड़ कीता है।
ਸਾਕਾ ਸ਼੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਐਨ ਮੌਕੇ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਨਾ ਦੇਣ ਦੇ ਨਾਲ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਵੱਡੇ ਪੱਧਰ ਤੇ ਠੇਸ ਪਹੁੰਚੀ ਹੈ। ਇਸ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਹਿਬ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਜੱਥਾ ਜਾਣਾ ਸੀ ਔਰ ਐਨ ਮੌਕੇ ਜਦੋਂ ਵੀਜ਼ੇ ਵੀ ਆ ਚੁੱਕੇ ਹੈ, ਸੰਗਤਾਂ ਵੀ ਆਪਣੀ ਪੈਕਿੰਗ ਕਰਕੇ ਪਹੁੰਚ ਚੁੱਕੀਆਂ ਸੀ ਇੱਥੇ ਅੰਮ੍ਰਿਤਸਰ ਸਾਹਿਬ, ਤੇ ਉਦੋਂ ਪਤਾ ਲੱਗਦਾ ਹੈ ਕਿ ਸਵੇਰੇ ਜੱਥਾ ਨਹੀਂ ਜਾ ਸਕਦਾ ਕਿਉਂਕਿ ਭਾਰਤ ਸਰਕਾਰ ਨੇ ਇਸ ਨੂੰ ਆਪਣੀ ਮਨਜ਼ੂਰੀ ਨਹੀਂ ਦਿੱਤੀ। ਔਰ ਬਹੁਤ ਇੰਪੋਰਟੈਂਟ ਇਵੈਂਟ ਹੈ ਸਾਡਾ, 100 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ ਔਰ ਸ਼ਤਾਬਦੀਆਂ ਦੀ ਸਿੱਖ ਧਰਮ ਦੇ ਵਿੱਚ ਕੀ ਅਹਿਮੀਅਤ ਹੈ ਇਸ ਗੱਲ ਨੂੰ ਭਾਰਤ ਸਰਕਾਰ ਬਿਲਕੁਲ ਚੰਗੀ ਤਰ੍ਹਾਂ ਜਾਣਦੀ ਹੈ। 400 ਸਾਲਾ ਸ਼ਤਾਬਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਨਾ ਰਹੇ ਹਾਂ ਅਸੀਂ ਮਈ ਦੇ ਵਿੱਚ। ਉਸ ਸਮੇਂ ਸੁਣਿਆ ਭਾਰਤ ਸਰਕਾਰ ਵੀ ਜਿਹੜੀ ਹੈ ਕੁਝ ਪ੍ਰੋਗਰਾਮ ਜਿਹੜੇ ਆ ਉਹ ਲੀਕ ਰਹੀ ਹੈ। ਇਹਦਾ ਮਤਲਬ ਕਿ ਉਹ ਜਾਣਦੀ ਹੈ ਕਿ ਸਿੱਖ ਪੰਥ ਦੇ ਵਿੱਚ ਸ਼ਤਾਬਦੀਆਂ ਦੀ ਅਹਿਮੀਅਤ ਕੀ ਹੁੰਦੀ ਹੈ। ਇਹ ਸਾਡੀ ਪਹਿਲੀ 100 ਸਾਲਾ ਸ਼ਤਾਬਦੀ ਸੀ ਔਰ ਭਾਰਤ ਸਰਕਾਰ ਨੇ ਜੱਥੇ ਨੂੰ ਰੋਕ ਕੇ 100 ਸਾਲਾ ਸ਼ਤਾਬਦੀ ਦੇ ਵਿੱਚ ਇੱਕ ਕਿਸਮ ਦਾ ਵਿਘਨ ਪਾਉਣ ਦਾ ਜਿਹੜਾ ਹੈ ਉਹ ਯਤਨ ਕੀਤਾ। ਪਰ ਸਾਕਾ ਨਨਕਾਣਾ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਨਵੀਂ ਦਿਸ਼ਾ ਦਿੱਤੀ ਸੀ, ਹੋਰ ਪ੍ਰਚੰਡ ਕੀਤਾ ਸੀ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ। ਇਸ ਸਾਕੇ ਦੀ ਸ਼ਤਾਬਦੀ ਮੌਕੇ ਅਜਿਹਾ ਫੈਸਲਾ ਕੀ ਮਨਸ਼ਾ ਕੀ ਨਜ਼ਰ ਆ ਰਹੀ ਸਰਕਾਰ? ਭਾਰਤ ਸਰਕਾਰ ਦੇ ਜਿਹੜੇ ਲੀਡਰ ਹੈ ਉਹਨਾਂ ਨੂੰ ਪਤਾ ਨਹੀਂ ਹੈ ਕਿ ਨਨਕਾਣਾ ਸਾਹਿਬ ਦੀ ਜਿਹੜੀ ਸ਼ਹਾਦਤਾਂ ਹੋਈਆਂ ਸੀ ਇਸ ਨੇ ਹੀ ਭਾਰਤ ਦੀ ਆਜ਼ਾਦੀ ਦੀ ਬੁਨਿਆਦ ਰੱਖੀ ਸੀ ਔਰ ਇਹ ਗੱਲ ਭਾਰਤ ਸਰਕਾਰ ਦੇ ਜਿਹੜੇ ਬਿਊਰੋਕਰੇਟਸ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਨਨਕਾਣਾ ਸਾਹਿਬ ਦਾ ਸਾਕਾ ਉਹ ਸਾਕਾ ਸੀ ਜਿਹਨੇ ਭਾਰਤ ਦੀ ਆਜ਼ਾਦੀ ਦੀ ਬੁਨਿਆਦ ਰੱਖਤੀ ਸੀ ਤੇ ਉਸ ਤੋਂ ਬਾਅਦ ਜਿਹੜਾ ਪ੍ਰਚੰਡ ਰੂਪ ਦੇ ਵਿੱਚ ਆਜ਼ਾਦੀ ਲਈ ਅੰਦੋਲਨ ਭਖਿਆ ਸੀ ਤੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ 100 ਸਾਲਾ ਉੱਥੇ ਮਨਾਇਆ ਜਾ ਰਿਹਾ ਸੀ ਤੇ ਉੱਥੇ ਜੱਥੇ ਨੂੰ ਰੋਕ ਦਿੱਤਾ ਗਿਆ ਹੈ, ਰਾਗੀ ਜੱਥਿਆਂ ਨੂੰ ਰੋਕ ਦਿੱਤਾ ਗਿਆ ਹੈ। ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਸਾਡੇ ਇੰਟਰਨੈਸ਼ਨਲ ਕਥਾਵਾਚਕ ਨੇ ਔਰ ਸਨਮਾਨ ਹੈ ਪੂਰੀ ਕੌਮ ਦਾ, ਉਹਨਾਂ ਨੂੰ ਰੋਕ ਦਿੱਤਾ ਗਿਆ। ਇਸ ਤੋਂ ਵੱਡੀ ਮਾੜੀ ਗੱਲ ਕੀ ਹੋ ਸਕਦੀ? ਪਰ ਜੋ ਮੇਲ ਭਾਰਤ ਸਰਕਾਰ ਵੱਲੋਂ ਆਈ ਉਹਦੇ 'ਚ ਕਰੋਨਾ ਵਾਇਰਸ ਤੇ ਸੁਰੱਖਿਆ ਨੂੰ ਮੁੱਦਾ ਬਣਾਇਆ ਗਿਆ, ਉਸ ਕਾਰਨਾਂ ਕਰਕੇ ਜਿਹੜਾ ਵੀਜ਼ਾ ਦੇਣ ਤੋਂ ਪਰਮਿਸ਼ਨ ਦੇਣ ਤੋਂ ਇਨਕਾਰ ਦਿੱਤਾ। ਉਹ ਤਾਂ ਬਿਲਕੁਲ ਹੀ ਬੇਕਾਰ ਗੱਲ ਹੈ। ਉਹਨਾਂ ਨੇ ਜਿਹੜੀ ਚਿੱਠੀ ਜਾਰੀ ਕੀਤੀ ਹੈ ਉਹਦੇ ਵਿੱਚ ਸਪਸ਼ਟ ਲਿਖਿਆ ਹੈਗਾ ਕਿ 2020 ਤੋਂ ਮਾਰਚ 2020 ਤੋਂ ਬਾਅਦ ਜਿਹੜਾ ਬਾਰਡਰ ਜਿਹੜੇ ਬੰਦ ਹੈ ਕੋਵਿਡ ਕਰਕੇ, ਜਦ ਕਿ ਇੱਕਾ ਦੁੱਕਾ ਯਾਤਰੂ ਜਿਹੜੇ ਉਹ ਜਾ ਰਹੇ ਆ। ਨਵੰਬਰ ਦੇ ਵਿੱਚ ਜਥਾ ਜਾ ਕੇ ਆਇਆ, 26 ਜਨਵਰੀ ਨੂੰ 15 ਸਾਡੇ ਸਿੱਖ ਭਰਾ ਜਿਹੜੇ ਨੇ ਉਹ ਜਾ ਕੇ ਆਏ ਨੇ, ਜਿਹਦੇ ਵਿੱਚ ਰਾਗੀ ਜੱਥੇ ਵੀ ਸੀ। ਮੈਂ ਵੀ ਜਾਣਾ ਸੀ ਲੇਕਿਨ ਕਿਸੇ ਕਾਰਨ ਨਹੀਂ ਜਾ ਸਕਿਆ। 26 ਜਨਵਰੀ ਨੂੰ ਗਏ ਨੇ, 2 ਫਰਵਰੀ ਨੂੰ ਇਸੇ 2 ਫਰਵਰੀ ਨੂੰ ਉਹ ਵਾਪਸ ਆਏ ਨੇ। ਇੱਕ ਕੱਲ ਵੀ ਗਿਆ ਵਫਦ ਜਾ ਰਹੇ ਆ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣਾ ਰੋਸ ਜਿਹੜਾ ਭਾਰਤ ਸਰਕਾਰ ਤੱਕ ਪਹੁੰਚਾਉਣ। ਤੇ ਹੁਣ ਵੇਲੇ ਇੱਕ ਛੋਟੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸ਼ਰਧਾਲੂਆਂ ਦੇ ਜੱਥੇ ਤੇ ਰੋਕ ਲਾਉਣ ਦੇ ਭਾਰਤ ਸਰਕਾਰ ਦੇ ਫੈਸਲੇ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਭੇਜੇ ਜਾਣ ਵਾਲੇ ਜੱਥੇ ਤੇ ਰੋਕ ਲਗਾ ਕੇ ਭਾਰਤ ਸਰਕਾਰ ਨੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਰਤ ਸਰਕਾਰ ਦੇਸ਼ ਅੰਦਰ ਵਸਦੇ ਘੱਟ ਗਿਣਤੀ ਭਾਈਚਾਰਿਆਂ ਖਾਸਕਰ ਸਿੱਖਾਂ ਨਾਲ ਆਪਣੀ ਬੇਗਾਨਗੀ ਵਾਲਾ ਸਲੂਕ ਕਰ ਰਹੀ ਹੈ। ਉਹਨਾਂ ਕਿਹਾ ਕਿ ਸਮੇਂ-ਸਮੇਂ ਤੇ ਘੱਟ ਗਿਣਤੀਆਂ ਨਾਲ ਸੰਬੰਧਿਤ ਮਸਲਿਆਂ ਤੇ ਨਕਾਰਾਤਮਕ ਰਵੱਈਆ ਕੇਂਦਰ ਦੀ ਨੀਤੀ ਬਣਦੀ ਜਾ ਰਹੀ ਹੈ, ਜੋ ਕਿ ਦੇਸ਼ ਦੇ ਲੋਕਤੰਤਰ ਲਈ ਬਿਲਕੁਲ ਵੀ ਸਹੀ ਨਹੀਂ ਹੈ। ਹਾਲ ਹੀ ਵਿੱਚ ਸ਼੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਤੇ ਰੋਕ ਲਗਾ ਕੇ ਭਾਰਤ ਸਰਕਾਰ ਨੇ ਆਪਣੀ ਸਿੱਖ ਵਿਰੋਧੀ ਨੀਤੀ ਦਾ ਪ੍ਰਗਟਾਵਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਨੇ ਕਿਹਾ ਕਿ ਜਦੋਂ ਇਸ ਜਥੇ ਲਈ ਕਾਰਵਾਈ ਚੱਲ ਰਹੀ ਸੀ ਤਾਂ ਉਸ ਵਕਤ ਭਾਰਤ ਸਰਕਾਰ ਦੀ ਜਾਂਚ ਕਿਉਂ ਨਹੀਂ ਖੁੱਲੀ। ਵੀਜ਼ੇ ਜਾਰੀ ਹੋਣ ਤੋਂ ਬਾਅਦ ਜਦੋਂ ਸ਼ਰਧਾਲੂ ਸ਼੍ਰੀ ਨਨਕਾਣਾ ਸਾਹਿਬ ਜਾਣ ਲਈ ਸ਼੍ਰੀ ਅੰਮ੍ਰਿਤਸਰ ਪਹੁੰਚ ਗਏ ਸਨ ਤਾਂ ਉਸ ਸਮੇਂ ਸੁਰੱਖਿਆ ਤੇ ਕੋਵਿਡ-19 ਦਾ ਬਹਾਨਾ ਬਣਾ ਕੇ ਜਥੇ ਨੂੰ ਰੋਕਣ ਦਾ ਫੈਸਲਾ ਕਿਉਂ ਕੀਤਾ ਗਿਆ, ਇਹ ਸਵਾਲ ਪੈਦਾ ਕਰਦਾ ਹੈ। ਉਹਨਾਂ ਆਖਿਆ ਕਿ ਭਾਰਤ ਸਰਕਾਰ ਨੂੰ ਕਿਸੇ ਵੀ ਰਾਜਸੀ ਪਾਰਟੀ ਦੇ ਏਜੰਡੇ ਤਹਿਤ ਕੰਮ ਨਹੀਂ ਕਰਨਾ ਚਾਹੀਦਾ, ਸਗੋਂ ਦੇਸ਼ ਦੇ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹਰ ਵਰਗ ਅਤੇ ਭਾਈਚਾਰੇ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ। 100 ਸਾਲਾ ਸਾਡੇ ਸ਼ਹੀਦਾਂ ਦਾ ਉਹ ਦਿਹਾੜਾ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਬਹੁਤ ਵੱਡੀ ਉਹ ਕੁਰਬਾਨੀ ਦੀ ਥਾਂ ਹੈ। ਇਸ ਕਰਕੇ ਅਸੀਂ ਉੱਥੇ ਜਾਣਾ ਸੀਗਾ ਤੇ ਬੜੇ ਚਾਵਾਂ ਦੇ ਨਾਲ ਹੀ ਜਥਾ ਤਿਆਰ ਹੋਇਆ ਤੇ ਸਾਰਾ ਜਥਾ ਇਸ ਵੇਲੇ ਇੱਥੇ ਸਰਾਵਾਂ 'ਚ ਪਹੁੰਚ ਗਿਆ। ਕੋਈ ਗੁਜਰਾਤ ਤੋਂ ਆ ਗਏ ਹੈ, ਕੋਈ ਹਰਿਆਣੇ 'ਚੋਂ ਆ ਗਏ ਹੈ, ਪੰਜਾਬ ਦੇ ਕੋਨੇ-ਕੋਨੇ 'ਚੋਂ ਸਾਰੇ ਪਹੁੰਚ ਗਏ ਹੈ। 505 ਇਹਨਾਂ ਨੇ ਵੀਜ਼ਾ ਦਿੱਤਾ ਸੀਗਾ ਤੇ 124 ਵੀਜ਼ੇ ਨਹੀਂ ਮਿਲੇ ਸੀਗੇ। ਫਿਰ ਵੀ 230 ਹੋਰ ਜਥੇ ਹੈ। ਅਸੀਂ ਸਾਰਿਆਂ ਦੇ ਪ੍ਰਬੰਧ ਕੀਤਾ, ਜਿਹੜੇ ਬਾਹਰੋਂ ਸਧਾਰਨ ਜਿਹੜੇ ਸ਼ਰਧਾਲੂਆਂ ਨੇ ਸਿੱਧੇ ਤੌਰ ਤੇ ਲਿਆ ਉਹਨਾਂ ਦੇ ਵੀ, ਆਪਣਾ ਵੀ। ਪੰਜਾਬ ਸਰਕਾਰ ਦੇ ਵਿਭਾਗ ਵੱਲੋਂ ਵੀ ਲਿਖਿਆ ਗਿਆ ਕਿ ਪੰਜਾਬ ਸਰਕਾਰ ਰਾਹੀਂ, ਹੋਮ ਮਿਨਿਸਟਰੀ ਰਾਹੀਂ, ਔਰ ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਵੀ ਲਿਖਿਆ ਗਿਆ। ਉਹਦਾ ਕੋਈ ਜਵਾਬ ਨਹੀਂ ਆਏ। ਫਿਰ DC ਸਾਹਿਬ ਨਾਲ ਮੈਂ ਗੱਲ ਕੀਤੀ, ਉਹ ਕਹਿੰਦੇ ਬੀਬੀ ਜੀ ਪਤਾ ਲੱਗਾ ਕਿ ਇਸ ਸਪੈਸ਼ਲ ਜਥੇ ਦੀ ਉਹਨਾਂ ਨੇ ਮਨਜ਼ੂਰੀ ਜਦ ਤੱਕ ਨਾ ਭੇਜੀ ਉਦੋਂ ਤੱਕ ਤੁਸੀਂ ਉੱਥੋਂ ਨਹੀਂ ਜਾ ਸਕਣਾ।
ਮੈਂ ਫਿਰ 2:30 ਵਜੇ ਠੀਕ ਮੈਂ ਫਿਰ ਦੁਬਾਰਾ ਈਮੇਲ ਕੀਤੀ ਹੋਮ ਮਿਨਿਸਟਰ ਨੂੰ, ਅਮਿਤ ਸ਼ਾਹ ਨੂੰ, ਵੀ ਕਿਸੇ ਢੰਗ ਨਾਲ ਸਾਨੂੰ ਤੁਰੰਤ ਭੇਜੀ ਜਾਵੇ ਮਨਜ਼ੂਰੀ, ਕਿਉਂਕਿ ਸਾਡੇ ਸਾਰੇ ਸ਼ਰਧਾਲੂ ਇੱਥੇ ਪਹੁੰਚ ਗਏ ਇਸਲਾਮਾਬਾਦ ਦੇ ਵਿੱਚ। ਅਸੀਂ ਉਹਨਾਂ ਨੂੰ ਵੀਜ਼ੇ ਦੇ ਦਿੱਤੇ ਹੈ, ਸਾਰੇ ਪਾਸਪੋਰਟ ਡਿਸਟ੍ਰੀਬਿਊਟ ਕਰ ਦਿੱਤੇ ਹੈ, ਅਤੇ ਸਵੇਰੇ ਠੀਕ ਅਸੀਂ 9 ਵਜੇ ਤੋਰਨਾ, ਅਤੇ ਸਾਨੂੰ ਤੁਰੰਤ ਜਿਹੜੀ ਹੈ ਉਹਦੀ ਪਰਮਿਸ਼ਨ ਭੇਜੀ ਜਾਵੇ। ਪਰ ਉਹਦਾ ਪਰਮਿਸ਼ਨ ਦਾ ਇਹ ਜਵਾਬ ਆਇਆ ਕਿ ਠੀਕ 6:30 ਵਜੇ ਦੇ ਕਰੀਬ ਇਹ ਜਵਾਬ ਦਿੱਤਾ ਕਿ ਉੱਥੇ ਥ੍ਰੈਟਸ ਨੇ ਸ਼ਰਧਾਲੂਆਂ ਨੂੰ, ਉੱਥੇ ਸਿਕਿਉਰਿਟੀ ਨਹੀਂ ਹੈ, ਸੇਫਟੀ ਨਹੀਂ ਹੈ, ਕੋਵਿਡ ਦਾ ਬੜਾ ਵੱਡਾ ਉੱਥੇ ਚੱਲ ਰਿਹਾ, ਅਤੇ ਉਹ ਕੋਵਿਡ ਕਰਕੇ ਇੰਨੀਆਂ ਮੌਤਾਂ ਹੋਈਆਂ, ਇੰਨੇ ਇਫੈਕਟਡ ਹੋਏ। ਕੋਵਿਡ ਤਾਂ ਨਵੰਬਰ ਵਿੱਚ ਵੀ ਸੀ, ਹੁਣ ਕੋਈ ਨਵਾਂ ਆ ਗਿਆ। ਪਿੱਛੇ ਸਾਡਾ ਜਥਾ ਜਾ ਕੇ ਆਇਆ ਗੁਰਪੁਰਬ ਦੇ ਉੱਤੇ, ਉਦੋਂ ਤਾਂ ਕੋਈ ਕੋਵਿਡ ਦੀ ਗੱਲ ਨਹੀਂ ਆਈ। ਅਸੀਂ ਫਿਰ ਹੁਣ ਟੈਸਟ ਵੀ ਕਰਾ ਲਏ ਸਾਰੇ ਨੂੰ, 15-16 ਤਰੀਕ ਨੂੰ ਸਾਡੇ ਟੈਸਟ ਵੀ ਹੋ ਗਏ ਆ, ਬਾਕੀਆਂ ਨੇ ਆਪਣੀ ਆਪਣੀ ਥਾਂ 'ਤੇ ਕਰਵਾ ਲਏ ਆ। ਅਤੇ ਕੋਵਿਡ-19 ਦਾ ਤਾਂ ਇਹਦੇ ਬਹਾਨੇ ਆ ਜੀ, ਸਿਰਫ ਕੈਂਸਲ ਕਰਨ ਵਾਸਤੇ। ਇਸ ਦੇਸ਼ ਅੰਦਰ ਸਿੱਖਾਂ ਦੇ ਯੋਗਦਾਨ ਨੂੰ ਕਦੇ ਵੀ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ। ਪ੍ਰਧਾਨ ਮੰਤਰੀ ਅਤੇ ਸਰਕਾਰ ਦੇ ਜ਼ਿੰਮੇਵਾਰ ਮੰਤਰੀਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀ ਸੁਰੱਖਿਆ ਤੇ ਸੱਭਿਆਚਾਰਕ ਖਾਸੇ ਨੂੰ ਬਚਾਉਣ ਲਈ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ। ਦੇਸ਼ ਲਈ 80% ਤੋਂ ਵੱਧ ਸ਼ਹਾਦਤਾਂ ਸਿੱਖਾਂ ਦੇ ਹਿੱਸੇ ਆਈਆਂ, ਪਰੰਤੂ ਕੇਂਦਰ ਦੀ ਭਾਜਪਾ ਸਰਕਾਰ ਇਤਿਹਾਸ ਵੱਲੋਂ ਅੱਖਾਂ ਬੰਦ ਕਰਕੇ ਫੈਸਲੇ ਲੈ ਰਹੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੀ ਨਨਕਾਣਾ ਸਾਹਿਬ ਸਿੱਖਾਂ ਲਈ ਪਾਵਨ ਸਥਾਨ ਹੈ। ਇਸ ਦੇ ਦਰਸ਼ਨ ਕਰਨ ਲਈ ਸੰਗਤਾਂ ਦੇ ਅੰਦਰ ਚਾਅ ਸੀ ਅਤੇ ਭਾਵਨਾਤਮਕ ਖਿੱਚ ਸੀ। ਸ਼ਹੀਦੀ ਸਾਕੇ ਦੀ ਸ਼ਤਾਬਦੀ ਦਾ ਇਤਿਹਾਸਕ ਅਵਸਰ ਸਿੱਖ ਸੰਗਤਾਂ ਲਈ ਬੇहद ਖਾਸ ਮੌਕਾ ਸੀ, ਲੇਕਿਨ ਭਾਰਤ ਸਰਕਾਰ ਇਸ ਵਿੱਚ ਸੰਗਤਾਂ ਦੀ ਸ਼ਮੂਲੀਅਤ ਰੋਕ ਕੇ ਇਸ ਇਤਿਹਾਸਕ ਮੌਕੇ ਸੰਗਤਾਂ ਨੂੰ ਗਵਾਹ ਬਣਨ ਤੋਂ ਰੋਕ ਰਹੀ ਹੈ। ਉਹਨਾਂ ਕਿਹਾ, ਜਿੰਨਾ ਅੱਜ ਮਨ ਦੁਖੀ ਹੋਇਆ ਸ਼ਾਇਦ ਮੈਂ ਕਦੀ ਇੰਨੀ ਦੁਖੀ ਹੋਈ ਨਾ ਹੋਵੇ, ਕਿਉਂਕਿ ਸਾਡਾ ਅਕੀਦਾ ਹੈ ਉਹਨਾਂ ਸ਼ਹੀਦਾਂ ਦੇ ਸੰਬੰਧ ਵਿੱਚ। ਉਹਨਾਂ ਸ਼ਹਾਦਤਾਂ ਕਰਕੇ ਅੱਜ ਅਸੀਂ ਜਿਉਂਦੇ ਹਾਂ, ਉਹਨਾਂ ਸ਼ਹਾਦਤਾਂ ਕਰਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣੀ ਚਾਹੀਏ, ਉਹਨਾਂ ਸ਼ਹਾਦਤਾਂ ਕਰਕੇ ਹੀ ਅੱਜ ਸਿੱਖ ਕੌਮ ਦਾ ਜਿਹੜਾ ਇਤਿਹਾਸ ਹੈ ਉਹ ਗੌਰਵਮਈ ਬਣਿਆ। ਅਤੇ ਜੇ ਅੱਜ ਉੱਥੇ ਜਾਣ ਤੋਂ ਵੀ ਸਾਨੂੰ ਇਨਕਾਰੀ ਹੈ, ਤੇ ਦੱਸੋ ਫਿਰ ਭਾਰਤ ਸਰਕਾਰ ਤੋਂ ਅਸੀਂ ਚਾਹੀਦਾ ਤਾਂ ਇਹਨਾਂ ਨੂੰ ਇਹ ਸੀਗਾ ਕਿ ਉੱਥੇ ਸਰਕਾਰ ਨੂੰ ਕਹਿੰਦੇ ਕਿ ਸਾਡਾ ਜਥਾ ਆ ਰਿਹਾ, ਇਹਦੀ ਸਿਕਿਉਰਿਟੀ ਸੇਫਟੀ ਦਾ ਤੁਸੀਂ ਪ੍ਰਬੰਧ ਕਰਨਾ। ਇਹਨਾਂ ਨੂੰ ਆਪ ਚਾਹੀਦਾ ਸੀ ਸਾਨੂੰ ਕੋਆਪਰੇਟ ਕਰਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9ਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸਮਰਪਿਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਾਠ ਬੋਧ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਅਧਿਕਾਰੀਆਂ ਅਤੇ ਪ੍ਰਚਾਰਕਾਂ ਦੇ ਨਾਲ ਇੱਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸਮਾਗਮ ਇਸ ਸਾਲ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਵੀ ਸ਼ੁਰੂ ਕਰ ਦਿੱਤੇ ਗਏ ਨੇ। ਮਾਲਵੇ ਦੀ ਇਤਿਹਾਸਕ ਧਰਤੀ ਅਤੇ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 1 ਮਹੀਨੇ ਦਾ ਪਾਠ ਬੋਧ ਸਮਾਗਮ ਕੀਤਾ ਜਾ ਰਿਹਾ ਹੈ, ਜਿਸ ਦੀ ਤਿਆਰੀ ਅਤੇ ਸੰਗਤਾਂ ਨੂੰ ਸਮਾਗਮ ਵਿੱਚ ਲਿਆਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮਾਲਵੇ ਦੇ ਪ੍ਰਚਾਰਕਾਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੱਸਿਆ ਕਿ ਪਾਠ ਬੋਧ ਸਮਾਗਮ ਦੌਰਾਨ ਸੰਗਤਾਂ ਨੂੰ ਗੁਰਬਾਣੀ ਦੀ ਸੰਥਿਆ ਦਿੱਤੀ ਜਾਵੇਗੀ ਤਾਂ ਜੋ ਸੰਗਤਾਂ ਗੁਰਬਾਣੀ ਸ਼ੁੱਧ ਪੜ੍ਹ ਸਕਣ ਅਤੇ ਗੁਰਬਾਣੀ ਨਾਲ ਜੁੜ ਸਕਣ। ਉਹਨਾਂ ਕਿਹਾ ਕਿ ਇਹਨਾਂ ਸਮਾਗਮਾਂ ਦੀ ਸਮਾਪਤੀ ਖਾਲਸੇ ਦੇ ਸਿਰਜਣਾ ਦਿਵਸ ਵਿਸਾਖੀ ਮੌਕੇ ਕੀਤੀ ਜਾਵੇਗੀ। ਅੱਜ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਲਵਾ ਜ਼ੋਨ ਦੇ ਜਿਹੜੇ ਸਮੂਹ ਪ੍ਰਚਾਰਕ ਹੈ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਥਾਨ ਤੇ ਇਕੱਤਰ ਹੋਏ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸੰਬੰਧਿਤ ਜਿਹੜੇ ਪਾਵਨ ਸਥਾਨ ਆ ਉਹਨਾਂ ਤੇ ਪਾਠ ਬੋਧ ਸਮਾਗਮਾਂ ਦੀ ਲੜੀ ਜਿਹੜੀ ਹੈ ਉਹ ਪ੍ਰਾਰੰਭ ਕੀਤੀ ਜਾ ਰਹੀ ਹੈ। ਕੁਝ ਸਥਾਨਾਂ ਦੇ ਉੱਤੇ ਪਾਠ ਬੋਧ ਸਮਾਗਮ ਆਰੰਭ ਹੋ ਚੁੱਕੇ ਨੇ। ਇਸ ਲੜੀ ਦੇ ਤਹਿਤ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇੱਕ ਪਾਠ ਬੋਧ ਸਮਾਗਮ ਜਿਹੜਾ ਉਹ ਪ੍ਰਾਰੰਭ ਕੀਤਾ ਜਾ ਰਿਹਾ, ਜਿਹਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਸ਼ਾਮਲ ਹੋਣਗੀਆਂ ਤੇ ਸਿੱਖ ਸੰਗਤਾਂ ਨੂੰ ਗੁਰਬਾਣੀ ਦੀ ਸੰਥਿਆ ਜਿਹੜੀ ਹੈ ਉਹ ਦਿੱਤੀ ਜਾਏਗੀ ਤਾਂ ਕਿ ਸੰਗਤਾਂ ਜਿਹੜੀਆਂ ਗੁਰਬਾਣੀ ਸ਼ੁੱਧ ਪੜ੍ਹ ਸਕਣ, ਗੁਰਬਾਣੀ ਨਾਲ ਜੁੜ ਸਕਣ। ਤੇ ਹੁਣ ਵੇਲੇ ਇੱਕ ਛੋਟੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਾਰੀ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। ਸਾਕਾ ਨਨਕਾਣਾ ਸਾਹਿਬ ਦੀ ਪਹਿਲੀ ਸ਼ਤਾਬਦੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਨਾਲ ਰਵਾਨਾ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਪਹੁੰਚੇ ਸ਼ਰਧਾਲੂਆਂ ਨੂੰ ਨਿਰਾਸ਼ਾ ਝੱਲਣੀ ਪਈ। ਰੋਹ ਵਿੱਚ ਆਏ ਸ਼ਰਧਾਲੂਆਂ ਵੱਲੋਂ ਭਾਰਤ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਆਓ ਦੇਖਦੇ ਹਾਂ ਖਾਸ ਰਿਪੋਰਟ। ਪਾਕਿਸਤਾਨ ਜਾਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਪਹੁੰਚੇ ਹੋਏ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਪਾਸਪੋਰਟ ਮੰਗੇ ਗਏ ਸਨ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਵੀਜ਼ੇ ਵੀ ਲੱਗੇ ਸਨ, ਲੇਕਿਨ ਐਨ ਮੌਕੇ ਤੇ ਭਾਰਤ ਸਰਕਾਰ ਵੱਲੋਂ ਨਾ ਕਰ ਦਿੱਤੀ ਗਈ, ਜਿਸ ਕਰਕੇ ਸ਼ਰਧਾਲੂਆਂ ਦੇ ਪੱਲੇ ਨਿਰਾਸ਼ਾ ਪਈ ਹੈ। ਉਹਨਾਂ ਦੀਆਂ ਕੀਤੀਆਂ ਤਿਆਰੀਆਂ ਧਰੀਆਂ ਰਹਿ ਗਈਆਂ। ਪਹੁੰਚੇ ਹੋਏ ਸ਼ਰਧਾਲੂਆਂ ਨੇ ਆਪਣੀ ਵੇਦਨਾ ਨੂੰ ਵਿਅਕਤ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵੱਲੋਂ ਸ਼ਰਧਾਲੂਆਂ ਦੇ ਨਾਲ ਇਹ ਬਹੁਤ ਵੱਡਾ ਧੱਕਾ ਕੀਤਾ
ਗਿਆ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਗਿਆ। ਅਸੀਂ ਹਰਿਆਣੇ ਤੋਂ ਕੈਸਲ ਡਿਸਟ੍ਰਿਕਟ ਤੋਂ ਆਏ ਹਾਂ। ਸਾਨੂੰ ਪਤਾ ਲੱਗਾ ਸੀ ਕਿ ਗੁਰਧਾਮਾਂ ਦੇ ਦਰਸ਼ਨਾਂ ਵਾਸਤੇ ਸੰਗਤਾਂ ਨੂੰ ਵੀਜ਼ੇ ਤੇ ਜਾ ਰਹੇ ਹਨ। ਅਸੀਂ ਵੀਜ਼ੇ ਲਏ ਕੁਰੂਕਸ਼ੇਤਰ ਤੋਂ ਜਾ ਕੇ। ਉਹ ਵੀਜ਼ੇ ਲੈ ਕੇ ਸਾਨੂੰ ਹੁਕਮ ਹੋਇਆ ਕਿ ਤੁਸੀਂ ਪਹਿਲਾਂ ਕਰੋਨਾ ਟੈਸਟ ਕਰਾਓ। ਅਸੀਂ ਕਰੋਨਾ ਟੈਸਟ ਕਰਵਾ ਕੇ ਰਾਤ ਨੂੰ ਇੱਥੇ ਪਹੁੰਚੇ ਹਾਂ। ਜਦੋਂ ਰਾਤ ਇੱਥੇ ਪਹੁੰਚ ਕੇ ਸਵੇਰੇ ਰਾਤ ਹੀ ਸਾਨੂੰ ਪਤਾ ਲੱਗਾ 6:30 ਵਜੇ ਕਿ ਸਾਡੇ ਵੀਜ਼ੇ ਜਿਹੜੇ ਸਰਕਾਰ ਨੇ ਕੈਂਸਲ ਕਰ ਦਿੱਤੇ ਹਨ। ਸਾਨੂੰ ਬੜੀ ਚਿੰਤਾ ਹੋਈ ਇਸ ਚੀਜ਼ ਦੀ। ਚਾਹੇ ਤਾਂ ਸਾਡੇ ਵੀਜ਼ੇ ਲਾਉਂਦੀ ਹੀ ਨਾ ਸਰਕਾਰ, ਅਸੀਂ ਨਾ ਆਉਂਦੇ। ਬਹੁਤ ਮੰਦਭਾਗੀ ਘਟਨਾ ਕੀਤੀ ਸਾਡਾ ਮੋਦੀ ਸਰਕਾਰ ਨੇ। ਬਹੁਤ ਵੱਡਾ ਦੁੱਖ ਹੋਇਆ ਸਾਨੂੰ ਇਸ ਚੀਜ਼ ਦਾ ਕਿ ਅਸੀਂ ਤਾਂ ਬੜੀ ਖੁਸ਼ੀ ਨਾਲ ਆਏ ਸਾਂ ਵੀ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ। ਨਨਕਾਣਾ ਸਾਹਿਬ ਜਾਣ ਵਾਸਤੇ ਸਾਡੇ ਵੀਜ਼ੇ ਲੱਗੇ ਸਨ। ਜਦੋਂ ਇੱਥੇ ਅਸੀਂ ਪਹੁੰਚੇ, ਅਜੇ ਐਂਟਰ ਕਰ ਰਹੇ, ਜਦੋਂ ਸਾਨੂੰ ਪਤਾ ਲੱਗਾ ਤਾਂ ਸਾਡੇ ਮਨ ਨੂੰ ਬੜੀ ਵੱਡੀ ਠੇਸ ਪਹੁੰਚੀ ਵੀ ਸਾਡੇ ਨਾਲ ਸਰਕਾਰ ਨੇ ਕੀ ਕੀਤਾ ਹੈ। ਜਾਂ ਪਹਿਲਾਂ ਵੀਜ਼ੇ ਦਿੰਦੇ ਹੀ ਨਾ ਸਾਨੂੰ, ਕਿਉਂਕਿ ਅਸੀਂ ਆਪਣੇ ਨਿੱਜੀ ਕੰਮ ਛੱਡ ਕੇ, ਬਹੁਤ ਜਿਹੜੇ ਜ਼ਰੂਰੀ ਕੰਮ ਸਨ ਆਪਣੇ ਕਾਰਜ, ਸਾਰੀ ਸੰਗਤ ਕਿਸੇ ਨੂੰ ਕੋਈ ਜ਼ਰੂਰੀ ਕੰਮਾਂ ਵੀ ਹੁੰਦੇ ਨੇ, ਅਸੀਂ ਸਾਰੇ ਛੱਡ ਕੇ ਇੱਥੇ ਪਹੁੰਚੇ ਵੀ ਨਨਕਾਣਾ ਸਾਹਿਬ ਜਾਣਾ ਹੈ। ਅਤੇ ਸਰਕਾਰ ਨੇ ਇੱਕਦਮ ਹੀ ਸਾਡੇ ਵੀਜ਼ੇ ਰੱਦ ਕਰਤੇ ਅਤੇ ਸਾਡੇ ਮਨ ਨੂੰ ਬਹੁਤ ਠੇਸ ਪਹੁੰਚੀ। ਅਸੀਂ ਜਿੰਨੇ ਸ਼ਬਦਾਂ 'ਚ ਇਹਦੀ ਨਿੰਦਾ ਕਰੀਏ, ਸਾਡਾ ਗੁਰੂ ਘਰ ਖੜੋਤੇ ਹਾਂ, ਅਸੀਂ ਇਸ ਤੋਂ ਵੱਡੇ ਮਾੜੇ ਸ਼ਬਦ ਇੱਥੇ ਬੋਲਣਾ ਵੀ ਨਹੀਂ ਚਾਹੁੰਦੇ ਜੋ ਸਾਡੇ ਨਾਲ ਸਰਕਾਰ ਨੇ ਕੀਤਾ ਹੈ। ਅਸੀਂ ਰਾਤ ਆ ਗਏ ਸੀ, ਵੈਸੇ ਪਤਾ ਸਾਨੂੰ ਹੁਣ ਸਵੇਰੇ ਲੱਗਿਆ। ਅਸੀਂ ਤਿਆਰੀ ਸਾਰੀ ਕਰਕੇ ਆਏ ਹਾਂ ਨਨਕਾਣਾ ਸਾਹਿਬ ਜਾਣ ਵਾਸਤੇ। ਅੱਗੇ ਵੀ ਸੀਗਾ ਵੀ ਅੱਗੇ ਵੀ ਜਿਹੜੇ ਹੈਗੇ ਗੁਰਦੁਆਰੇ ਉੱਥੇ ਵੀ ਅਸੀਂ ਦਰਸ਼ਨ ਕਰਾਂਗੇ, ਪਰ ਹੁਣ ਟਾਈਮ ਸਿਰ ਆ ਕੇ ਸਾਨੂੰ ਇਹਨਾਂ ਨੇ ਕਹਿ ਦਿੱਤਾ ਵੀ ਤੁਹਾਡੇ ਵੀਜ਼ੇ ਲੱਗੇ ਹੋਏ ਆ ਸਾਡੇ। ਸਾਨੂੰ ਫਿਰ ਕਹਿੰਦੇ ਨਨਕਾਣਾ ਜੱਥਾ ਕੈਂਸਲ ਹੋ ਗਿਆ। ਹੁਣ ਇਹ ਸਾਡੇ ਢਿੱਡ 'ਚ ਬਹੁਤ ਜ਼ਿਆਦਾ ਰੋਸ ਹੈ। ਸਾਨੂੰ ਤਾਂ ਇੰਨਾ ਚਾਅ ਸੀਗਾ ਵੀ ਅਸੀਂ ਜਾਣਾ, ਅਸੀਂ ਦਰਸ਼ਨ ਕਰਨੇ ਬਾਬਾ ਜੀ ਦੇ, ਪਰ ਹੁਣ ਸਾਨੂੰ ਬਹੁਤ ਦੁੱਖ ਹੈ ਇਸ ਚੀਜ਼ ਦਾ ਵੀ ਸਾਡੀ ਸਰਕਾਰ ਨੇ, ਕਹਿੰਦੇ ਵੀ ਸਾਡੀ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ। ਜਦ ਉੱਧਰ ਸਾਰਾ ਇੰਤਜ਼ਾਮ ਵਧੀਆ ਹੈ, ਇੱਧਰ ਕਿਉਂ ਨਹੀਂ ਆਪਣੀ ਸਾਡੀ ਸਰਕਾਰ ਸਾਨੂੰ ਇਜਾਜ਼ਤ ਦੇ ਰਹੀ। ਸਾਡੀ ਰੱਖਿਆ ਦੀ ਗੱਲ ਹੈ। ਜਦੋਂ ਵੀਜ਼ੇ ਲਾਏ ਸੀ ਉਦੋਂ ਸੋਚਦੇ ਵੀ ਇਹਨਾਂ ਨੂੰ ਉੱਥੇ ਖਤਰਾ ਹੈਗਾ, ਅਸੀਂ ਨਹੀਂ ਭੇਜਣੇ। ਵੀਜ਼ੇ ਲਾਉਣ ਤੋਂ ਬਾਅਦ ਕਿਉਂ ਸਾਨੂੰ ਉਹਨਾਂ ਨੂੰ ਖਤਰਾ ਮਹਿਸੂਸ ਹੋਇਆ। ਤਾਂ ਜਿਹੜਾ 100 ਸਾਲਾ ਸਾਕੇ ਦੇ ਵਿੱਚ ਸਾਡਾ ਨਾ ਜਾਣਾ ਹੁਣ ਬਹੁਤ ਹੀ ਦੁੱਖ ਦਾ ਕਾਰਨ ਲੱਗਦਾ ਜੀ, ਵੀ ਬਹੁਤ ਹੀ ਦੁੱਖ ਹੋਇਆ ਮਨ ਨੂੰ। ਅਤੇ ਸਾਰੀ ਸੰਗਤ ਹੁਣ ਅਰਦਾਸ ਆ ਜੀ। ਹੁਣ ਅਸੀਂ ਘਰਾਂ ਦੇ ਵਿੱਚ ਆਪਦਾ ਪ੍ਰਬੰਧ ਕਰਕੇ ਆਏ ਸੀਗੇ ਅਤੇ ਹੁਣ ਅਸੀਂ ਜਦੋਂ ਵਾਪਸ ਜਾਵਾਂਗੇ ਪਰੇ ਬਾਟਲ ਜਾਵਾਂਗੇ। ਬਹੁਤ ਆਸ ਸੀ ਜੀ। ਹੁਣ ਅਸੀਂ 21 ਤਰੀਕ ਨੂੰ ਅੱਜ ਜੀ ਅਤੇ ਅਸੀਂ ਸੋਚਾਂਗੇ ਵੀ ਜਿਹੜਾ ਹੈਗਾ ਜੈਤੋ ਦੇ ਮੋਰਚੇ ਦੇ ਅਸੀਂ ਉਸੇ ਸ਼ਹੀਦੀ 'ਚ ਉੱਥੇ ਜ਼ਰੂਰ ਪਹੁੰਚਾਂਗੇ ਜੀ। ਬਸੰਤ ਪੰਚਮੀ ਦਾ ਪਾਵਨ ਦਿਹਾੜਾ ਦੇਸ਼ ਭਰ ਵਿੱਚ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਸੰਬੰਧ ਵਿੱਚ ਅੰਮ੍ਰਿਤਸਰ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਖਾਸੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਅਤੇ ਪਤੰਗਬਾਜ਼ੀ ਕਰਕੇ ਬਸੰਤ ਪੰਚਮੀ ਦੀ ਖੁਸ਼ੀ ਵੀ ਮਨਾਈ। ਬਸੰਤ ਪੰਚਮੀ ਦਾ ਦਿਹਾੜਾ ਦੇਸ਼ ਭਰ ਵਿੱਚ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਪਰ ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਇਸ ਦਿਹਾੜੇ ਮੌਕੇ ਖਾਸ ਰੌਣਕਾਂ ਵੇਖਣ ਨੂੰ ਮਿਲਦੀਆਂ ਨੇ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਸੰਤ ਪੰਚਮੀ ਮੌਕੇ ਜੋੜ ਮੇਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਦੂਰ ਦਰਾਡੇ ਤੋਂ ਪਹੁੰਚ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਗੁਰੂ ਘਰ ਦਾ ਆਸ਼ੀਰਵਾਦ ਲੈਂਦੀਆਂ ਨੇ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਘਰ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦੀ ਖੁਸ਼ੀ ਵਿੱਚ ਇਸ ਸਥਾਨ ਤੇ ਛੇਹਰਟਾ ਵਾਲਾ ਖੂਹ ਲਵਾਇਆ ਸੀ। ਉਸ ਦਿਨ ਤੋਂ ਲੈ ਕੇ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਇੱਥੇ ਜੋੜ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ। ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਨਤਮਸਤਕ ਹੁੰਦੀਆਂ ਨੇ ਅਤੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰਦੀਆਂ ਨੇ। ਅਸੀਂ ਮਨੋਕਾਮਨਾ ਸਾਡੀ ਪੂਰੀ ਹੋਈ ਹੈ। ਅਸੀਂ ਮਹਾਰਾਜ ਨੇ ਦਾਤ ਬਖਸ਼ੀ, ਅਸੀਂ ਪੂਰੀ ਕਰਨ ਆਏ ਆਪਣੀ ਸ਼ਰਧਾ। ਛੇਹਰਟਾ ਸਾਹਿਬ ਦਰਸ਼ਨ ਕਰਨ ਆਏ ਗੁਰੂ ਮਹਾਰਾਜ ਜੀ ਦੇ, ਤੇ ਮਹਾਰਾਜ ਨੇ ਭਟੰਗੀ ਦਾਤ ਦਿੱਤੀ ਸੀ ਜੀ, ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਕਿ ਮਹਾਰਾਜ ਭਟੰਗੀ ਦੀ ਦਾਤ ਦਿਓ ਤੇ ਤੁਹਾਡੇ ਦਰ ਤੇ ਆ ਕੇ ਸੀਸ ਨਵਾਵਾਂਗੇ। ਤੇ ਅੱਜ ਉਹਨਾਂ ਦੇ ਦਰ ਤੇ ਸ਼ੁਕਰਾਨਾ ਕਰਨ ਆਏ ਆ ਜੀ, ਤੇ ਬੜੀ ਕਿਰਪਾ ਪਰਮਾਤਮਾ ਦੀ। ਬਹੁਤ ਜ਼ਿਆਦਾ ਕਰਮਾਂ ਵਾਲੇ ਹਰਗੋਬਿੰਦ ਸਾਹਿਬ ਦੇ ਘਰ ਆਏ ਆ। ਉਹਨੇ ਸਾਡੀਆਂ ਝੋਲੀਆਂ ਭਰੀਆਂ, ਸਾਨੂੰ ਦਾਤਾਂ ਦਿੱਤੀਆਂ ਆ, ਗੁਰੂ ਦੇ ਸਿੱਖਿਆ ਹੈ। ਮਹਾਰਾਜ ਚੜ੍ਹਦੀਆਂ ਕਲਾ ਸਭ ਦੀਆਂ ਕਰੇ, ਇਸੇ ਤਰ੍ਹਾਂ ਹੀ ਹਰਗੋਬਿੰਦ ਹਰ ਇੱਕ ਨੂੰ ਭਾਗ ਲਾਈ ਰੱਖੇ। ਸੰਗਤਾਂ ਦੀ ਮਾਨਤਾ ਹੈ ਕਿ ਇਸ ਪਾਵਨ ਪਿੱਤਰ ਸਥਾਨ ਤੇ ਨਤਮਸਤਕ ਹੋ ਕੇ ਗੁਰੂ ਚਰਨਾਂ ਸੱਚੇ ਦਿਲ ਨਾਲ ਅਰਦਾਸ ਕਰਨ ਤੇ ਸੰਤਾਨ ਦੀ, ਖਾਸ ਤੌਰ ਤੇ ਪੁੱਤਰ ਦੀ ਪ੍ਰਾਪਤੀ ਹੁੰਦੀ। ਤੇ ਉਹ ਲੋਕ ਜਿਨ੍ਹਾਂ ਦੇ ਪੁੱਤਰ ਦੀ ਪ੍ਰਾਪਤੀ ਹੋਈ ਹੈ, ਭੁਜੰਗੀ ਦੀ ਦਾਤ ਬਖਸ਼ੀ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ, ਉਹ ਵਿਸ਼ੇਸ਼ ਤੌਰ ਤੇ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਇੱਥੇ ਪਹੁੰਚ ਰਹੇ ਨੇ। ਔਰ ਸੰਗਤਾਂ ਭਾਵੇਂ ਕਰੋਨਾ ਦਾ ਕਹਿਰ ਹੈ, ਭਾਵੇਂ ਕੜਾਕੇ ਠੰਡ ਹੈ, ਬੜੇ ਚਾਵਾਂ ਮਲਾਰਾਂ ਦੇ ਨਾਲ ਇਸ ਪਾਵਨ ਪਿੱਤਰ ਸਥਾਨ ਤੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ। ਸੰਗਤਾਂ ਆਪਣੇ ਆਪ ਨੂੰ ਕਰਮਾਂ ਵਾਲਾ ਵਡਭਾਗਾ ਸਮਝ ਰਹੀਆਂ ਨੇ ਕਿ ਬਸੰਤ ਪੰਚਮੀ ਦੇ ਪਾਵਨ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ, PTC ਨਿਊਜ਼, ਗੁਰਦੁਆਰਾ ਛੇਹਰਟਾ ਸਾਹਿਬ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਾਡੀ ਇਹ ਭਰਪੂਰ ਕੋਸ਼ਿਸ਼ ਰਹਿੰਦੀ ਕਿ ਸਾਰੇ ਹਫ਼ਤੇ ਦੀਆਂ
ਪੰਥਕ ਸਰਗਰਮੀਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਈਏ। ਸਾਡੇ ਇਸ ਪ੍ਰੋਗਰਾਮ ਸੰਬੰਧੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਤੁਸੀਂ ਕੋਈ ਰਾਏ ਕੁਝ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਮੇਲ ਕਰੋ feedback@pcnetwork.com ਤੇ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਸਿੱਖ ਸਰਗਰਮੀਆਂ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।